ਇਹ ਕਹਿੰਦਾ ਜੀ ਮੈਂ ਕੰਪਿਊਟਰ ਖਰਾਬ ਸੀਗਾ, ਸਿਸਟਮ ਸਲੋ ਹੋ ਗਿਆ, ਮੈਂ ਠੀਕ ਕਰਨ ਆਇਆ ਸੀਗਾ। ਤੇ ਇੱਕ ਬੰਦਾ ਨੱਠ ਵੀ ਗਿਆ ਤੇ ਇੱਕ ਬੰਦਾ ਉੱਪਰ ਬੈਠਾ ਹੋਇਆ, ਉਹ ਕਹਿੰਦਾ ਜੀ ਨਕਲ ਨਹੀਂ ਕਰ ਰਹੇ। ਤੇ ਮੈਂ ਕਿਹਾ ਕੀ ਕਰਦੇ ਪਏ ਤੁਸੀਂ? ਕੋਈ ਮੁੰਡਾ ਬਾਹਰੋਂ 25 ਦੇਣ ਆਇਆ ਸੀਗਾ ਤਾਂ ਉਹ ਦੇਖ ਉਹਨੂੰ ਦੇਖਿਆ, ਮੈਨੂੰ ਦੇਖ ਲਿਆ, ਅੰਦਰੋਂ ਕਿਸੇ ਨੂੰ ਲੱਗਾ ਪਤਾ ਦੇਖ ਲਿਆ, ਉਹ ਨੱਠ ਗਿਆ। ਫਿਰ ਅੰਦਰ ਆ ਕੇ ਭਗੜ ਮਚ ਗਈ। ਉੱਥੇ ਮੁੰਡਾ ਇੱਕ ਹੁਕਮ ਸਿੰਘ ਨਾ, ਹੁਕਮ ਚੰਦ ਹੈਗਾ, ਅਜੇ ਬੈਠਾ ਹੋਇਆ। नहीं, 3 बच्चों की स्क्रीन ऑफ हो गई थी और बाकी का चल रहा था और ऐसे दिखा रहे थे कि वो पेपर दे रहे हैं, बट एक्चुअल में वो नॉर्मल बैठे थे और उनके पास स्लिप्स भी थी। मैं साथ में बैठा हुआ था जिसका हुआ था, तो हमने देखा था कि भैया इसका कुछ सेटिंग है, तो हमने आगे कंप्लेंट करी, इन्होंने कुछ सुना नहीं, फिर हमने फिर जाना ही पड़ा, सब कुछ ठीक करना ही पड़ा। ਉਹਦੇ ਪੀਸੀ 'ਚ ਕੁਛ ਨਾ ਕੁਛ ਉਹਨਾਂ ਨੇ ਚਿਪ ਇੰਸਟਾਲ ਕੀਤੀ। ਇੰਸਟਾਲ ਕਰਨ ਤੋਂ ਬਾਅਦ ਐਗਜ਼ਾਮ ਜਦੋਂ ਅੱਧਾ ਘੰਟਾ ਹੋ ਗਿਆ ਤਾਂ ਉਹਨਾਂ ਨੇ ਉਹਨੂੰ ਆਨਸਰ ਸ਼ੀਟ ਫੜਾਈ ਤੇ ਉਹ ਆਨਸਰ ਸ਼ੀਟ ਜਦੋਂ ਅਸੀਂ ਉਹਦੇ ਖਿਲਾਫ ਆਵਾਜ਼ ਉਠਾਈ ਤੇ ਉਸ ਮੁੰਡੇ ਨੇ ਉਹ ਖਾਣ ਦੀ ਕੋਸ਼ਿਸ਼ ਕੀਤੀ। ਸਤਿ ਸ਼੍ਰੀ ਅਕਾਲ ਜੀ, ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। NWDA ਉਹਦਾ ਉਰੇ ਜਿਹੜਾ ਐਂਟਰੈਂਸ ਟੈਸਟ ਹੋ ਰਿਹਾ ਹੈਗਾ ਕਿ ਸੈਂਟਰ ਦਾ ਇਹ ਡਿਪਾਰਟਮੈਂਟ ਹੈ ਜਿਹਦੇ ਵਾਸਤੇ ਇਹ ਟੈਸਟ ਹੋ ਰਿਹਾ, ਕਿਉਂਕਿ ਉਸ ਤੋਂ ਬਾਅਦ ਨੌਕਰੀਆਂ ਨੂੰ ਲੈ ਕੇ ਜਿਵੇਂ ਅਮੂਮਨ ਦੇਖਿਆ ਜਾਂਦਾ ਯੂਨਿਟ ਇੱਕ ਅਸੈਸਮੈਂਟ ਕਰਕੇ ਇਹ ਸੈਂਟਰ ਹੈਗਾ ਤੇ ਉਦੋਂ ਬਾਹਰ ਪੁਲਿਸ ਦੀ ਖੜੀਆਂ PCR ਸਾਫ਼ ਦਰਸਾਉਂਦੀਆਂ ਨੇ ਕਿ ਅੰਦਰ ਰੌਲਾ ਪੈਂਦਾ ਹੈ। ਹਜੇ ਤੱਕ ਜੋ ਨਿਕਲ ਕੇ ਗੱਲ ਸਾਹਮਣੇ ਆਉਂਦੀ ਹੈ ਉਹਦੇ ਵਿੱਚ ਇਹ ਕਿ ਆਖਰਕਾਰ ਕਿਤੇ ਨਾ ਕਿਤੇ ਜਿਹੜੇ ਕੰਪਿਊਟਰ, ਕਿਉਂਕਿ ਜਦੋਂ ਟੈਸਟ ਜਿਹੜੇ ਅੰਦਰ ਦਿੱਤੇ ਜਾਂਦੇ ਨੇ ਅਮੂਮਨ ਹੁੰਦਾ ਇਹ ਹੈ, ਇਹ ਐਂਟਰੈਂਸ ਹੈ ਜਿੱਤੇ ਤੁਸੀਂ ਦੇਖ ਲਓ ਕਿ ਬਾਹਰ ਹੀ ਲਿਸਟ ਲੱਗੀ ਹੁੰਦੀ ਹੈ। ਬਾਹਰ ਲਿਸਟ ਲੱਗਣ ਤੋਂ ਬਾਅਦ ਜਿਹੜੇ ਲੋਕ ਜੇ ਕਹੀਏ ਕਿ ਇੱਥੇ ਟੈਸਟ ਦੇਣ ਵਾਸਤੇ ਪਹੁੰਚਦੇ ਨੇ, ਉਹ ਬਕਾਇਦਾ ਤੌਰ ਤੇ ਇੱਕ ਲਿਸਟ ਬਣਦੀ ਆ। ਇਹ ਕਿਹਾ ਜਾ ਸਕਦਾ ਕਿ ਪੂਰਾ ਜਿਹੜਾ ਉਰੇ ਲਿਖਿਆ ਹੋਇਆ ਹੈ NWDA ਕਲਰਕ ਦਾ ਐਗਜ਼ਾਮ ਹੈਗਾ, ਨੈਸ਼ਨਲ ਵਾਟਰ ਡਿਵੈਲਪਮੈਂਟ ਅਥਾਰਟੀ। ਤੇ ਉਦੋਂ ਬਾਅਦ ਇੱਕ ਸ਼ਖਸ ਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ, ਗ੍ਰਿਫਤਾਰ ਨਹੀਂ ਕਹਾਂਗੇ, ਹਿਰਾਸਤ 'ਚ ਲਿਆ ਗਿਆ ਹੈਗਾ ਹਾਲਾਂਕਿ, ਕਿਉਂਕਿ ਹਜੇ ਸਾਰੀ ਪੁੱਛਗਿੱਛ ਚੱਲ ਰਹੀ ਹੈ। 2 PCR ਵੈਨ ਖੜੀਆਂ ਨੇਗੀਆਂ ਚੰਡੀਗੜ੍ਹ ਪੁਲਿਸ ਦੀਆਂ ਤੇ ਇੱਕ ਸ਼ਖਸ ਨੂੰ ਅੰਦਰ ਬਿਠਾਇਆ ਹੋਇਆ ਹੈ ਤੇ ਕਿਹਾ ਜਾ ਸਕਦਾ ਕਿ ਅੱਗੇ ਬਾਹਰ ਨੇ ਜਿਹੜੇ ਬਾਕੀਆਂ ਦੇ ਮਾਪੇ ਖੜੇ ਨੇ। ਰੌਲਾ ਇਸ ਗੱਲ ਦਾ ਕਿਤੇ ਨਾ ਕਿਤੇ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਕਿ ਇੱਥੇ ਜਿਹੜਾ ਕੰਪਿਊਟਰ ਹੈ ਉਹ ਹੈਕਿੰਗ ਹੋਈ ਹੈਗੀ ਆ ਤੇ ਇਸ ਸ਼ਖਸ ਨੂੰ ਜਿਹੜਾ ਕਿ ਹਿਰਾਸਤ 'ਚ ਲਿਆ ਗਿਆ ਹੈਗਾ ਤੇ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਇਲਜ਼ਾਮ ਇਹਦੇ ਤੇ ਨੇ। ਬਾਕੀ ਪੁੱਛਗਿੱਛ ਵਾਸਤੇ ਸੀਨੀਅਰ ਆਫੀਸ਼ੀਅਲਸ ਨੇ ਜਿਹੜੇ ਪੁਲਿਸ ਦੇ, ਉਹ ਅੰਦਰ ਗਏ ਹੋਏ ਨੇ ਤੇ ਕਹਿ ਸਕਦੇ ਹਾਂ ਕਿ ਬਾਹਰ ਨੇ ਕਾਬਿਲ ਲਾਏ ਹੋਏ ਆ। ਤੁਸੀਂ ਹੈ ਕੌਣ ਜੀ? ਪਹਿਲਾਂ ਮੈਂ ਮੁੰਡੇ ਦਾ ਪੇਰੈਂਟ ਹੈ, ਮੇਰਾ ਮੁੰਡਾ ਇਹ ਪੇਪਰ ਦੇਣ ਆਇਆ। ਹਾਂ। ਕਾਹਦਾ ਪੇਪਰ ਕਾਹਦਾ ਸੀ? ਇਹ ਆਪਣਾ ਵਾਟਰ ਕੇ ਸਪਲਾਈ ਵਾਲਾ ਹੈਗਾ ਜਿਹੜਾ, ਮੈਨੂੰ ਪਤਾ ਨਹੀਂ ਹੈ, ਲੇਕਿਨ ਮੇਰਾ ਮੁੰਡਾ ਉੱਥੇ ਦੂਜੇ ਉਹਦੇ 'ਚ ਹੈਗਾ, ਲੇਕਿਨ ਸਾਰੇ ਕਨੈਕਟਡ ਹੈਗੇ, ਮੈਨੂੰ ਜਿੰਨਾ ਕਿ ਮੈਨੂੰ ਲੱਗਾ ਪਤਾ। ਇਹ ਇੱਕੋ ਏਜੰਸੀ ਲੈ ਰਹੀ ਹੈ ਪੇਪਰ ਸ਼ਾਇਦ ਮੋਸਟਲੀ ਮੈਂ ਨਹੀਂ, ਮੈਨੂੰ ਪਤਾ ਕਿਹੜੀ ਏਜੰਸੀ ਲੈ ਰਹੀ ਹੈ, ਲੇਕਿਨ ਮੈਂ ਉੱਥੋਂ ਦੌੜ ਕੇ ਆਇਆ ਤਾਂ ਮੈਨੂੰ ਲੱਗਾ ਪਤਾ ਕਿ ਸਰ ਉੱਥੇ ਨਕਲ ਹੋ ਰਹੀ ਹੈ, ਮੁੰਡੇ ਚਲੇ ਗਏ ਆ ਕੁਛ। ਹਾਂਜੀ, तो आपके बच्चे थे यहाँ पे? ਮੇਰਾ ਬੱਚਾ ਤਾਂ ਨਗਾ ਬਗਲ 'ਚ ਹੈਗਾ, ਹੋਰ ਪੇਰੈਂਟਸ ਹੈਗੇ, ਬੱਚੇ ਆਏ ਆ ਬਾਹਰੋਂ ਆਪਣਾ ਕੀ ਨਾ ਸ਼੍ਰੀਨਗਰ ਤੋਂ, ਜੰਮੂ ਤੋਂ ਬੱਚੇ ਆਏ ਹੋਏ ਆ, ਦੂਰੋਂ ਆਏ ਹੋਏ ਬੱਚੇ ਆਏ ਹੋਏ ਆ। ਤੇ ਨਕਲ ਕੀ ਪਤਾ ਲੱਗਿਆ ਜਿਵੇਂ ਇੱਕ ਮੁੰਡੇ ਨੂੰ ਹਿਰਾਸਤ 'ਚ ਵੀ ਪੁਲਿਸ ਇਹ ਕਹਿੰਦਾ ਜੀ ਮੈਂ ਕੰਪਿਊਟਰ ਖਰਾਬ ਸੀਗਾ, ਸਿਸਟਮ ਸਲੋ ਹੋ ਗਿਆ, ਮੈਂ ਠੀਕ ਕਰਨ ਆਇਆ ਸੀਗਾ। ਫਿਰ ਇੱਕ ਬੰਦਾ ਨੱਠ ਵੀ ਗਿਆ ਤੇ ਇੱਕ ਬੰਦਾ ਉੱਪਰ ਬੈਠਾ ਹੋਇਆ, ਉਹ ਕਹਿੰਦਾ ਜੀ ਨਕਲ ਨਹੀਂ ਕਰ ਰਹੇ। ਤੇ ਮੈਂ ਕਿਹਾ ਕੀ ਕਰਦੇ ਪਏ ਤੁਸੀਂ? ਉਹ ਤਾਂ ਪਰਚੀ ਫੜੀ, ਪੁਲਿਸਾਂ ਨੇ ਪਰਚੀ ਉਹਨਾਂ ਕੋਲ ਉੱਪਰ ਪੈ ਗਈ, ਅੰਦਰ ਜਾਓ ਤੁਸੀਂ। ਕਿਆ ਕਿਵੇਂ ਸ਼ੁਰੂਆਤ ਕਿਵੇਂ ਹੋਈ? ਉਹ ਇੱਕ ਮੁੰਡਾ ਇੱਥੇ ਦੇਖਣ ਗਿਆ ਸੀ, 25 ਦੇਣ ਆਇਆ ਸੀ ਮੁੰਡਾ, ਕੋਈ ਮੁੰਡਾ ਬਾਹਰੋਂ 25 ਦੇਣ ਆਇਆ ਸੀਗਾ ਤਾਂ ਉਹ ਦੇਖ ਉਹਨੂੰ ਦੇਖਿਆ, ਮੈਨੂੰ ਦੇਖ ਲਿਆ, ਅੰਦਰੋਂ ਕਿਸੇ ਨੂੰ ਲੱਗਾ ਪਤਾ ਦੇਖ ਲਿਆ, ਉਹ ਨੱਠ ਗਿਆ। ਅੱਛਾ, ਫਿਰ ਅੰਦਰ ਆ ਕੇ ਭਗੜ ਮਚ ਗਈ। ਉੱਥੇ ਮੁੰਡਾ ਇੱਕ ਹੁਕਮ ਸਿੰਘ ਨਾ, ਹੁਕਮ ਚੰਦ ਹੈਗਾ, ਅਜੇ ਬੈਠਾ ਹੋਇਆ। ਕਾਈਂਡਲੀ ਉੱਥੇ ਜਾ ਕੇ ਪਤਾ ਕਰੋ, ਤੁਸੀਂ ਅੰਦਰ ਜਾਓ ਤੁਸੀਂ ਕਾਈਂਡਲੀ। ਹਾਂਜੀ, ਉੱਥੇ ਜਾ ਕੇ ਪਤਾ ਕਰੋ ਸਰ ਤੁਸੀਂ। ਬਿਲਕੁਲ ਆਖਰਕਾਰ ਜਿਸ ਤਰ੍ਹਾਂ ਦੇ ਨਾਲ ਜਿਹੜੇ ਵਾਪੇ ਨੇ ਤੇ ਉਹਨਾਂ ਤੁਸੀਂ ਦੇਖੋ ਕਿ ਇੱਕ ਮੁੰਡੇ ਨੂੰ ਹੈ ਜਿਹੜਾ ਪੁਲਿਸ ਨੇ ਹਿਰਾਸਤ 'ਚ ਲਿਆ ਹੋਇਆ, ਬਾਕੀ ਪੁਲਿਸ ਅਫੀਸ਼ੀਅਲ ਨੇ ਜਿਹੜੇ ਉਹ ਜਾਂਦੇ ਨੇ। ਪਰਚੀ ਇਹਨਾਂ ਕੋਲ ਹੈਗੀ, ਪੁਲਿਸ ਵਾਲਿਆਂ ਕੋਲ ਪਰਚੀ ਹੈਗੀ ਹੈ, ਇੱਕ ਮੰਗੋ ਇਹਨਾਂ ਕੋਲੋਂ। ਉਹ ਲਈ ਹੋਣੀ ਹੈਗੀ ਤੇ ਨਾਲੋਂ ਨਾਲ ਕਿਹਾ ਜਾ ਸਕਦਾ ਇੱਕ ਜਣੇ ਨੂੰ ਜਿਹੜਾ ਕਿ ਹਿਰਾਸਤ 'ਚ ਲਿਆ ਹੋਇਆ ਮੁੰਡੇ ਨੂੰ ਕੀਤਾ ਕੀ ਕਰਨ ਕੀ ਆਏ ਸੀਗੇ ਇੱਥੇ? ਤੁਸੀਂ ਕਰਨ ਕੀ ਆਏ ਸੀਗੇ ਇੱਥੇ? भाई मैं तो आईटी का काम करता हूँ, रिपेयरिंग का काम भाई कंप्यूटर। ਉਹ ਬਿਲਕੁਲ ਹਾਲਾਂਕਿ ਥੋੜਾ ਬੋਲਣਾ ਚਾਹੁੰਦਾ, ਪਰ ਕਿਉਂਕਿ ਜਦੋਂ ਹਿਰਾਸਤ 'ਚ ਲਿਆ ਹੋਇਆ ਤਾਂ ਪੁਲਿਸ ਦਾ ਕਹਿਣਾ ਕਿ ਪਹਿਲਾਂ ਪੂਰੀ ਪੁੱਛ ਪੜਤਾਲ ਹੋ ਜਾਏ, ਉਦੋਂ ਬਾਅਦ ਜਿਹੜੀ ਇੱਕ ਗੱਲਬਾਤ ਸਾਹਮਣੇ ਆਊ। ਬਾਕੀ ਵੀ ਪੇਰੈਂਟਸ ਨੇ ਜਿਹੜੇ ਇੱਥੇ ਆਏ ਹੋਏ ਹੈਗੇ ਨੇ, ਕਿਉਂਕਿ ਸਾਰਿਆਂ ਦੇ ਜਿਹੜੇ ਬੱਚੇ ਨੇ ਕਿ ਪੇਪਰ ਦੇਣ ਵਾਸਤੇ ਆਏ ਨੇ, ਕਿਉਂਕਿ ਆਮ ਤੌਰ ਤੇ ਹੁਣ ਇੱਕ ਨੌਕਰੀ ਦੇ ਉੱਤੇ ਕਿੰਨੇ ਜਿਹੜੇ ਕੰਟੈਸਟ ਕਰਦੇ ਨੇ ਹੈਗੇ ਜਵਾਕ, ਉਹ ਤੁਸੀਂ ਦੇਖ ਲਓ, ਉਹਨਾਂ ਦੇ ਪੇਰੈਂਟਸ ਅਜੇ ਬਾਹਰ ਖੜੇ ਨੇ। ਪੇਪਰ ਤੁਹਾਨੂੰ ਪੇਪਰ ਲੱਗਿਆ ਪਤਾ ਵੀ ਬੰਦ ਹੋਇਆ ਜਾਂ ਨਹੀਂ ਹੋਇਆ? ਅਜੇ ਨਹੀਂ ਬੰਦ ਹੋਇਆ, ਚੱਲ ਰਿਹਾ ਪੇਪਰ। ਔਰ ਕਹਿੰਦੇ 4 ਲੜਕੇ ਤੇ 1 ਲੜਕੀ ਚੀਟਿੰਗ ਕਰ ਰਹੇ ਆ ਅੰਦਰ। ਕਿਵੇਂ ਕਰ ਰਹੇ ਸੀ, ਕੁਛ ਇਹ ਪਤਾ ਲੱਗਿਆ? ਕਹਿੰਦੇ ਕੈਮਰੇ ਉੱਪਰ ਕੀਤੇ ਹੋਏ ਆ। ਅੱਛਾ, ਸਾਨੂੰ ਤਾਂ ਇਹ ਬਾਹਰ ਖੜਿਆਂ ਨੂੰ ਪਤਾ, ਪੇਰੈਂਟਸ ਦੇ ਹੋਣ ਦੇ ਨਾਤੇ। ਫਿਰ ਤੁਹਾਨੂੰ ਕਿਵੇਂ ਲੱਗਦਾ ਕਿ ਆਖਰ ਜਦੋਂ ਤੁਹਾਡੇ ਬੱਚੇ ਵੀ ਮਿਹਨਤ ਕਰਕੇ ਆਏ ਹੋਣੇ ਉਹਦੇ ਟੈਸਟ ਦੇਣ ਵਾਸਤੇ? ਬਸ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜੇ ਇਸ ਤਰ੍ਹਾਂ ਹੁੰਦਾ ਤਾਂ ਫਿਰ ਪੜ੍ਹਾਈ ਦਾ ਬੱਚਿਆਂ ਦਾ ਭਵਿੱਖ ਕੁਛ ਨਹੀਂ, ਕੋਈ ਜੌਬਸ ਦਾ ਫਾਇਦਾ ਨਹੀਂ।
ਫਿਰ ਚੀਟਿੰਗ ਕਰੋ, ਪੈਸੇ ਨਾਲ ਖਰੀਦੋ ਸਭ ਕੁਝ, ਬਸ ਠੀਕ ਹੈ। ਤੁਸੀਂ ਕਿੱਥੋਂ ਆਏ ਹੋ ਜੀ? ਅਸੀਂ ਬਠਿੰਡਾ ਤੋਂ। ਬਠਿੰਡੇ ਤੋਂ। ਮੇਰੇ ਵਾਈਫ ਨੇ ਸਰ। ਅੱਛਾ, ਤੁਹਾਡੇ ਵਾਈਫ ਨੇਗੇ ਤੇ ਤੁਸੀਂ ਦੇਖੋ ਕਿ ਜਿਹੜੇ ਮਾਪੇ ਨੇ ਬਾਹਰ ਖੜੇ ਨੇ। ਹਾਲਾਂਕਿ ਹੁਣ ਵੇਟ ਕਰਾਂਗੇ ਕਿਉਂਕਿ ਇਸ ਤਰ੍ਹਾਂ ਦੇ ਜਦੋਂ ਟੈਸਟ ਹੁੰਦੇ ਨੇ ਅਮੂਮਨ ਤੌਰ ਤੇ ਹੁਣ ਜਦੋਂ ਕਈਏ ਪੋਸਟਾਂ ਘੱਟ ਹੁੰਦੀਆਂ ਨੇਗੀਆਂ ਲੈਣ ਵਾਲੇ ਜ਼ਿਆਦੇ, ਤੇ ਉਸ ਤੋਂ ਬਾਅਦ ਜਦੋਂ ਇਸ ਤਰ੍ਹਾਂ ਦੇ ਟੈਸਟ ਪਾਸ ਕਰਕੇ ਬੱਚੇ ਪੜ੍ਹ ਲਿਖ ਕੇ ਅੱਗੇ ਜਾਂਦੇ ਨੇ ਫਿਰ ਅੱਗੇ ਜਾ ਕੇ ਨੌਕਰੀਆਂ ਦੇ ਰਾਹ ਖੁੱਲਦੇ ਨੇ। ਖੈਰ ਪੁਲਿਸ ਅੰਦਰ ਗਈ ਹੋਈ ਆ, ਉਸ ਤੋਂ ਬਾਅਦ ਉਹਨਾਂ ਨਾਲ ਗੱਲ ਕਰਾਂਗੇ ਕਿ ਆਖਰ ਪੂਰੇ ਮਸਲੇ ਦੇ ਵਿੱਚ ਹੋਇਆ ਕੀ, ਕਿਉਂਕਿ ਜਿਹੜੇ ਬਾਹਰੇ ਮਾਪੇ ਖੜੇ ਨੇ ਪਹਿਲਾਂ ਗੱਲ ਇਹ ਆਈ ਸੀ ਵੀ ਸ਼ਾਇਦ ਕੋਈ ਹੈਕਿੰਗ ਕੀਤੀ ਗਈ, ਪਰ ਹੁਣ ਇਹ ਗੱਲ ਇਹ ਹੈ ਕਿ ਪਰਚੀਆਂ ਫੜਾਈਆਂ ਜਾ ਰਹੀਆਂ ਸੀ। ਤਾਂ ਇੰਤਜ਼ਾਰ ਕਰਾਂਗੇ ਕਿ ਆਖਰ ਜਦੋਂ ਪੁਲਿਸ ਬਾਹਰ ਆਉਂਦੀ ਆ ਤਾਂ ਜਿਹੜਾ ਮੁੰਡਾ ਹਿਰਾਸਤ 'ਚ ਰਿਹਾ ਤੇ ਦੂਸਰਾ ਕਿ ਕੋਈ ਅੰਦਰ ਵੀ ਹੋਰ ਹੈਗਾ ਸੀ, ਪੁੱਛਗਿੱਛ ਤੋਂ ਬਾਅਦ ਮਾਮਲਾ ਸਾਹਮਣੇ ਖੁੱਲਦਾ ਹੋਇਆ ਨਜ਼ਰ ਆਊ। ਦੇਖੋ ਤੁਸੀਂ ਰੌਲਾ ਪੈਣ ਤੋਂ ਬਾਅਦ ਜੇ ਕਹੀਏ ਕਿ ਹੁਣ ਜਿੰਨਾ ਟੈਸਟ ਦਾ ਸੀਗਾ ਉਹ ਸਮਾਂ ਵੀ ਹੋ ਗਿਆ, ਇਹ ਕੋਈ ਸਰ ਕਿਸੇ ਨੇ ਕਰਿਆ ਤਾਂ ਹੈ ਨਹੀਂ। ਹੋਇਆ ਕੀ ਸੀਗਾ ਅੰਦਰ ਅਸਲ ਤੌਰ ਤੇ, ਕਿਉਂਕਿ ਤੁਸੀਂ ਤਾਂ ਅੰਦਰ ਸੀਗੇ, ਹੋਇਆ ਕੀ ਸੀ? स्क्रीन ऑफ हो गई थी और नहीं 3 बच्चों की स्क्रीन ऑफ हो गई थी और बाकी का चल रहा था और ऐसे दिखा रहे थे कि वो पेपर दे रहे हैं, बट एक्चुअल में वो नॉर्मल बैठे थे और उनके पास स्लिप्स भी थी। उन्होंने किसी ने सॉक्स से कुछ निकाला था। कैंसिल होना चाहिए पेपर। एक ड्राइवर डाला था उसके अंदर, एक हाँ। घंटे से लगे हुए थे सारे के सारे। ड्राइवर डाला कुछ, उसके बाद डाली हुई थी। चिट्स डाली थी उसने, पैर में डाल ली उसने, कहाँ चिट्स। ਕਿੰਨੇ ਜਣੇ ਸੀ ਜਿਹੜੇ ਨੇ? 3 चार थे, चार थे। 4 निकले। इस बैच में 4 ਚਾਰ ਜਣੇ ਸੀ ਜਿਹੜੇ ਇਹ ਕਰ ਰਹੇ ਸੀਗੇ। ਉਦੋਂ ਬਾਅਦ ਫਿਰ ਰੌਲਾ ਕਿਹਨੇ ਪਾਇਆ ਵੀ ਆਖਰ ਪਤਾ ਕਿਵੇਂ ਲੱਗਿਆ? मैं साथ में बैठा हुआ था जिसका हुआ था, तो हमने देखा था कि भैया इसके कुछ सेटिंग है, तो हमने आगे कंप्लेंट करी, इन्होंने कुछ सुना नहीं, फिर हमने फिर बचाना ही पड़ा, सब कुछ उठ के करना ही पड़ा। ਪੁਲਿਸ ਨਾਲ ਗੱਲ ਹੋਈ ਹੈ ਤੁਹਾਡੀ? ਪੁਲਿਸ ਨੂੰ ਦੱਸਿਆ ਤੁਸੀਂ ਆਪਦੀ ਗੱਲ? हाँ वो लेटर पुलिस लिख रहे हैं अभी कुछ सब कर लिख रही है। ਕੈਂਸਲ ਹੋਣਾ ਚਾਹੀਦਾ ਸਿੱਧੀ। हाँ, पेपर कैंसिल होना चाहिए। ਤੁਸੀਂ ਦੇਖੋ ਕਿ ਇਹ ਜਿਹੜੇ ਬੱਚੇ ਨੇਗੇ ਟੈਸਟ ਦੇਣ ਵਾਸਤੇ ਆਏ ਸੀਗੇ, ਕਿਉਂਕਿ ਅਪਰ ਕਲਰਕ ਦੇ ਜਿਹੜੀ ਪੋਸਟਾਂ ਨੂੰ ਲੈ ਕੇ ਇਹ ਵੀ ਦੱਸਿਆ ਜਾਂਦਾ ਕਿ ਤਕਰੀਬਨ ਜਿਹੜੀਆਂ ਨੇ ਕਿ ਤਕਰੀਬਨ 62 ਪੋਸਟਾਂ ਨੇ ਸੀਗੀਆਂ ਜਿਹੜੀਆਂ ਹੈਗੀਆਂ ਜਿਨ੍ਹਾਂ ਵਾਸਤੇ ਪੇਪਰ ਦੇਣ ਆਏ ਸੀਗੇ। ਪੋਸਟਾਂ ਕਿੰਨੀਆਂ ਨੇ ਯਾਰ ਜਿਹਦੇ ਵਾਸਤੇ? ਬਈ ਬੁਰਾ ਹਾਲ ਆ ਯਾਰ, ਪੁੱਛਣਾ ਯਾਰ ਜਮਾ ਸਿਰਫ 8 ਪੋਸਟਾਂ ਸੀਗੀਆਂ, ਉਹਦੇ ਵਾਸਤੇ ਵੀ ਇਹਨਾਂ ਨੇ ਬੁਰਾ ਹਾਲ ਕਿਹਦੇ ਵਾਸਤੇ ਨੇ? ਕੀਤਾ। ਖਾਲੀ ਸਾਰੇ ਸੈਂਟਰ ਵਾਸਤੇ, ਆਲ ਇੰਡੀਆ ਲੈਵਲ ਦੀ ਦਿੱਲੀ ਚੰਡੀਗੜ੍ਹ ਜਿੰਨੇ ਵੀ ਸੈਂਟਰ ਸੀਗੇ ਸਭ 'ਚ 8 ਪੋਸਟਾਂ ਸੀ, ਉਹਦੇ ਵਾਸਤੇ ਉਹਨਾਂ ਨੇ ਇਹੋ ਜਿਹੇ ਕੰਮ ਕਰ ਰੱਖੇ ਹੈ। 7 पोस्टा है भाई जर्नल दिया। ਔਰ ਉਹਦੇ ਬਾਅਦ ਵੀ ਕੈਮਰੇ ਦੇ ਅੱਗੇ ਵੀ ਉਹਨਾਂ ਨੇ ਕਾਗਜ਼ ਲਾ ਰੱਖਿਆ ਤਾਂ ਕਿ ਕਿਸ ਨੂੰ ਦਿਖੇ ਵੀ ਨਾ। ਕਿਹੜੇ ਡਿਪਾਰਟਮੈਂਟ ਦੀ ਸੀ? UDC ਡਿਪਾਰਟਮੈਂਟ ਦੀ। ਬਿਲਕੁਲ ਤੁਸੀਂ ਦੇਖੋ ਕਿ ਵਾਟਰ ਡਿਪਾਰਟਮੈਂਟ ਦੀ ਇਹ ਪੋਸਟਾਂ ਸੀਗੀਆਂ, ਜਿਸ ਤੋਂ ਬਾਅਦ ਜੇ ਕਹੀਏ ਕਿ ਟੈਸਟ ਇਹ ਹੁੰਦੇ ਨੇ ਅਮੂਮਨ ਤੌਰ ਤੇ ਆਪਾਂ ਸੁਣਦੇ ਆ ਕਿ ਜਦੋਂ ਵੀ ਹੁਣ ਕੋਈ ਪੋਸਟਾਂ ਹੁੰਦੀਆਂ ਨੇ ਉਹਨਾਂ ਵਾਸਤੇ ਪਹਿਲਾਂ ਬਕਾਇਦਾ ਟੈਸਟ ਲਏ ਜਾਂਦੇ ਨੇ, ਪਰ ਇਹ ਚੰਡੀਗੜ੍ਹ ਦਾ ਰਾਏਪੁਰ ਕਲਾਂ ਦਾ ਸੈਂਟਰ ਹੈਗਾ ਜਿੱਥੇ ਟੈਸਟ ਤੋਂ ਬਾਅਦ ਜਿੰਨੇ ਤੁਸੀਂ ਸਟੂਡੈਂਟ ਵੀ ਸੁਣ ਲਏ ਆਖਰ ਕਰਕੇ ਜ਼ਿਆਦਾਤਰ ਦਾ ਕਹਿਣਾ ਇਹੀ ਹੈ ਕਿ ਜਿਹੜਾ ਪੇਪਰ ਹੈ ਉਹ ਰੱਦ ਹੋਣਾ ਚਾਹੀਦਾ ਹੈ। एग्जाम के पता कैसे चला कि चीटिंग वगैरह हो रही है? हुआ है, भीतर बहुत चीटिंग हुआ है, वो मतलब सब शिकायत सेटिंग नहीं की उसकी आपने यहाँ पे जो अधिकारी थे उनको शिकायत नहीं की आपने? कोई करने देगा तब ना शिकायत मतलब। ਬਿਲਕੁਲ ਤੁਸੀਂ ਦੇਖੋ ਬੱਚੇ ਬਾਹਰ ਆ ਰਹੇ ਨੇਗੇ ਤੇ ਹਰ ਕੋਈ ਇਹੀ ਗੱਲ ਕਹਿ ਰਿਹਾ ਹੈ ਕਿ ਜਿਹੜੀ ਸੁਣਵਾਈ ਆ ਉਹ ਨਹੀਂ ਹੋਈ। ਤੁਸੀਂ ਦੇਖੋ ਕਿ ਆਪਦੇ ਜਿਹੜੇ ਡਾਕੂਮੈਂਟਸ ਲੈ ਕੇ ਅੰਦਰ ਗਏ ਸੀਗੇ। ਪੁਲਿਸ ਹਾਲਾਂਕਿ ਅੰਦਰ ਹੈ, ਪੁਲਿਸ ਅੰਦਰ ਪੂਰੇ ਮਾਮਲੇ ਨੂੰ ਇਨਵੈਸਟੀਗੇਟ ਕਰ ਰਹੀ ਆ। ਹੁਣ ਉਸ ਤੋਂ ਬਾਅਦ ਹੁੰਦਾ ਕੀ ਹੈ, ਕਿਉਂਕਿ ਇੱਕ ਕਾਫੀ ਹੱਲਾ ਮਚਦਾ ਹੈ। ਹੱਲਾ ਮਚਣ ਤੋਂ ਬਾਅਦ ਪੁਲਿਸ ਪਹੁੰਚਦੀ ਹੈ। ਜਿੰਨੇ ਸਟੂਡੈਂਟ ਬੈਠੇ ਨੇ ਉਹਨਾਂ ਦੇ ਆਰੋਪ ਸਿੱਧੇ ਤੌਰ ਤੇ ਇਹ ਨੇ ਕਿ ਜਿਹੜੇ ਇਹ ਪੂਰੇ ਟੈਸਟ ਹੋ ਰਿਹਾ ਸੀਗਾ ਉਹ ਟੈਸਟ ਜਿਹੜਾ ਹੈਗਾ ਰੱਦ ਹੋਣਾ ਚਾਹੀਦਾ ਹੈ, ਕਿਉਂਕਿ ਉਹਦੇ ਵਿੱਚ ਕਿਤੇ ਨਾ ਕਿਤੇ ਨਕਲ ਹੋਈ ਆ। ਹਾਲਾਂਕਿ ਪੁਲਿਸ ਪੂਰੇ ਮਾਮਲੇ ਨੂੰ ਹੁਣ ਇਨਵੈਸਟੀਗੇਟ ਕਰ ਰਹੀ ਹੈ ਕਿ ਕਿਵੇਂ ਇਹ ਪੂਰਾ ਪ੍ਰਕਰਨ ਹੈ, ਸਹੀ ਹੈ, ਗਲਤ ਹੈ। ਤਾਂ ਇਹ ਤਸਵੀਰਾਂ ਕਿਉਂਕਿ ਹੁਣ ਖਤਮ ਹੋ ਚੁੱਕਿਆ, ਟਾਈਮਿੰਗ ਸੀ ਜਿਹੜੀ ਟੈਸਟ ਦੀ ਉਹ ਖਤਮ ਹੋ ਚੁੱਕੀ ਆ ਤੇ ਉਸ ਤੋਂ ਬਾਅਦ ਹੁਣ ਪੁਲਿਸ ਪੂਰੇ ਮਾਮਲੇ ਦੀ ਇਨਵੈਸਟੀਗੇਟ ਕਰ ਰਹੀ ਹੈ। ਕੀ ਨਾਮ ਕੀ ਹੈ ਜੀ ਤੁਹਾਡਾ? ਮੇਰਾ ਨਾਮ ਅਨੁਰੀਤ ਕੌਰ। ਤੁਸੀਂ ਪੇਪਰ ਦੇਣਾ ਆਏ ਸੀ? ਹਾਂਜੀ ਮੈਂ ਪੇਪਰ ਦੇਣਾ ਆਈ ਸੀ। ਇਹ UDC ਦਾ ਸੀ, NWDA ਦਾ। ਤੇ ਫਿਰ ਹੋਇਆ ਕੀ ਅੰਦਰ ਜਿਹੜਾ ਨਾ ਰੌਲਾ ਪਿਆ? ਹੋਇਆ ਅੰਦਰ ਆਇਆ ਕਿ ਅੰਦਰ ਚੀਟਿੰਗ ਚੱਲ ਰਹੀ ਸੀਗੀ। ਪਹਿਲਾਂ ਤਾਂ ਮੇਰੇ ਨਾਲ ਦਾ ਜਿਹੜਾ ਮੁੰਡਾ ਸੀਗਾ ਉਹਦੇ PC 'ਚ ਕੁਛ ਨਾ ਕੁਛ ਉਹਨਾਂ ਨੇ ਚਿਪ ਇੰਸਟਾਲ ਕੀਤੀ। ਇੰਸਟਾਲ ਕਰਨ ਤੋਂ ਬਾਅਦ ਐਗਜ਼ਾਮ ਜਦੋਂ ਅੱਧਾ ਘੰਟਾ ਹੋ ਗਿਆ ਤਾਂ ਉਹਨਾਂ ਨੇ ਉਹਨੂੰ ਆਨਸਰ ਸ਼ੀਟ ਫੜਾਈ ਤੇ ਉਹ ਆਨਸਰ ਸ਼ੀਟ ਜਦੋਂ ਅਸੀਂ ਉਹਦੇ ਖਿਲਾਫ ਆਵਾਜ਼ ਉਠਾਈ ਤੇ ਉਸ ਮੁੰਡੇ ਨੇ ਉਹ ਖਾਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜੀ ਸਾਡੀ ਬਾਕੀ ਦੀ ਸਾਨੂੰ ਮਿਲ ਗਈ ਉਹ ਅਸੀਂ ਪੁਲਿਸ ਦੇ ਹਵਾਲੇ ਕਰਤੀ। ਉਹ ਹੁਣ ਪੁਲਿਸ ਦੇ ਕੋਲ ਆ, ਬਾਕੀ ਪੁਲਿਸ ਦੇ ਇਹ ਇਕੱਲਾ ਹੀ ਜਾਣਾ ਸੀ ਜਾਂ ਹੋਰ ਵੀ ਕੋਈ? ਨਹੀਂ 2-3-4 ਜਣੇ ਆ, ਇਹ 3-4 ਜਣੇ ਆ ਤੇ ਇਹਨਾਂ ਦੇ ਸਟਾਫ ਦਾ ਵੀ ਆ। ਸਟਾਫ ਜਿਹੜਾ ਐਗਜ਼ਾਮੀਨੇਸ਼ਨ ਸਟਾਫ ਆ ਉਹੀ ਇਨਵੋਲਵ ਸੀਗਾ ਵਿੱਚ। ਹਾਂਜੀ ਬਿਲਕੁਲ। ਪੁਲਿਸ ਨੇ ਫਿਰ ਤੁਹਾਡੀ ਕਰ ਲਈ ਹੈ ਕੰਪਲੇਂਟ? ਪੁਲਿਸ ਨੇ ਬਿਲकुल ਸਾਡੀ ਕੰਪਲੇਂਟ ਉਹ ਕਰ ਲਈ ਹੈ ਤਾਂ ਬਿਲकुल एक्शन लोगे प्रॉपर। मैडम नाम आपका? अनुरीत कौर। क्या नाम है जी? मेरा आशीष कुमार। कैसे आए थे यहाँ? एग्ज़ाम देने के लिए आए थे।
और ये जो पूरा एक की हुआ कि चीटिंग हो रही थी, ये हो रही थी, हाँ, कैसे पता ये कैसे चला आप लोगों को? ये एग्ज़ाम शुरू होने से पहले से ही कुछ 4 बंदों के इर्द गिर्द ही घूम रहे थे स्टाफ मेंबर जो थे। अच्छा। ठीक है, शक तो उस टाइम ही हो गया था। फिर मेरे साथ वाली सीट पे एक बंदा बैठा हुआ था, उसके साथ पास भी आ रहे थे वो बार बार। उसमें उन्होंने CPU के अंदर 2 चिप डाली ग्रीन कलर की। फिर एग्ज़ाम शुरू होने के बाद कुछ गड़बड़ हो गई होगी, वो चली नहीं, क्या हुआ पता नहीं। वो जिसने चिप डाली थी वो फिर से आता है उसके पास 30-40 मिनट के बाद। उस लड़के ने भी कुछ नहीं किया था तभी तक। फिर वो एग्ज़ाम से बाहर निकल जाता है कुछ करने के लिए, उसको ठीक करने के लिए। और पेपर में क्या होता है कि एक बार शुरू होने के बाद आप कीबोर्ड का एक बटन भी नहीं दबा सकते। वो इतना वो कर रहा था, तो उसकी मैंने वहाँ आवाज़ उठाई। फिर और बंदों ने भी बोला कि हाँ ये भी कर रहे थे। तो 4 बंदे तो अभी हैं अंदर, एक बंदा भाग गया जिसके पास से की मिली है। और जिनके ऊपर आपने एलिगेशन लगाया, आरोप लगाया है, वो कितने लोग हैं? वो अभी 4 तो पुलिस के पास है, एक भाग गया। आपने ये जो मेन यहाँ पे हेड था जो एग्जाम दिलवा रहे हैं, उनको नहीं बोला आपने कि ये क्या हो रहा है? हाँ, उनको ही तो बोला। अच्छा। वो तो बोल रहे थे सेटल करने का, बोल रहे थे एब्सेंट दिखा देंगे इन बंदों को और ये कर देंगे वो कर देंगे। अच्छा। लेकिन तो फिर अभी आपने पुलिस को कंप्लेंट की? हाँ, कर दी, पुलिस को कंप्लेंट कर दी है। अब पुलिस देखो क्या कार्रवाई करती है। आप क्या समझते हो कि फिर जिस तरह से एग्जाम वैसे हुआ सभी ने दिया बच्चों ने, बाकी फिर जो बाकी चलता रहा है, या बंदूक सारी ने मना कर दिया देने से? कुछ बंदे तो बैठे हुए थे, बाकी मोस्टली बंदों ने नहीं दिया उसके बाद एग्जाम। जी सर, थैंक यू। NWDA ਦਾ ਟੈਸਟ ਜਿਹੜਾ ਕਿ ਅਪਰ ਡਿਵੀਜ਼ਨ ਕਲਰਕ ਦੇ ਵਾਸਤੇ ਹੋ ਰਿਹਾ ਸੀਗਾ, ਤਾਂ ਤੁਸੀਂ ਉਦੋਂ ਪਹਿਲਾਂ ਸੁਣ ਲਿਆ ਕਿ ਆਖਰ ਜਿੰਨੇ ਵੀ ਸਟੂਡੈਂਟਸ ਨੇ ਦੱਸਿਆ ਕਿ ਆਖਰਕਾਰ ਕਿਤੇ ਨਾ ਕਿਤੇ ਜਦੋਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਉੱਥੇ ਚੀਟਿੰਗ ਹੋ ਰਹੀ ਆ, ਤਾਂ ਉਦੋਂ ਬਾਅਦ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ। ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਹੈ ਕਿ ਤੁਸੀਂ ਦੇਖ ਲਓ ਕਿ ਪੁਲਿਸ ਦੀ ਇਨਵੈਸਟੀਗੇਸ਼ਨ ਹਜੇ ਵੀ ਜਾਰੀ ਹੈ। ਜਿਵੇਂ ਕਿ ਪਹਿਲਾਂ SHO ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੀ ਸੀ, ਤਾਂ ਉਹ ਕਹਿੰਦੇ ਕਿਉਂਕਿ ਮਾਮਲਾ ਕਾਫੀ ਹਾਈ ਪ੍ਰੋਫਾਈਲ ਹੈ, ਤਾਂ ਉਹਦੇ ਚੱਲਦੇ ਅਸੀਂ ਹਰ ਇੱਕ ਚੀਜ਼ ਨੂੰ ਬੜੀ ਬਰੀਕੀ ਦੇ ਨਾਲ ਪਹਿਲੂ ਦੇ ਨਾਲ ਦੇਖ ਰਹੇ ਹਾਂ, ਜਿਸ ਤੋਂ ਬਾਅਦ ਹੁਣ ਅੱਗੇ ਦੀ ਕਾਰਵਾਈ ਵਧਾਈ ਜਾਊ। ਹਾਲਾਂਕਿ ਜਿੰਨੇ ਸਟੂਡੈਂਟਸ ਪਹਿਲਾਂ ਗਏ ਨੇ, ਕਈ ਕਿਉਂਕਿ ਆਮੂਮਨ ਤੌਰ ਤੇ ਕਈ ਸਟੂਡੈਂਟਸ ਤਾਂ ਸਿੱਧੇ ਲੰਘੇ, ਪਰ ਕਈਆਂ ਨੂੰ ਹੈ ਜਿਹੜਾ ਕਿ ਕਈਆਂ ਦੇ ਬਿਆਨ ਦਰਜ ਕੀਤੇ ਗਏ ਨੇ, ਉਹਨਾਂ ਨੇ ਆਪਦੀ ਕੰਪਲੇਂਟ ਕਹੀ ਹੈ ਜਾਂ ਕਿ ਪੁਲਿਸ ਨੇ ਉਹਨਾਂ ਦੇ ਬਿਆਨ ਦਰਜ ਕਰਕੇ ਅੱਗੇ ਦੀ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ। ਹਾਲਾਂਕਿ ਪੂਰਾ ਲੈਕਸਸ ਹੈ ਕੀ ਸੀ, ਹੈ ਵੀ ਸੀ, ਜਾਂ ਫਿਰ ਸਟੂਡੈਂਟਸ ਨੇ ਜਿਹੜਾ ਪੂਰਾ ਉੱਥੇ ਰੌਲਾ ਪਾਉਂਦੇ ਨੇਗੇ, ਆਖਰ ਉਹਦੇ ਪਿੱਛੇ ਦੀ ਸੱਚਾਈ ਕੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਕਿਹਾ ਜਾ ਸਕਦਾ ਸਵਾਲੀਆ ਨਿਸ਼ਾਨ ਵੱਡੇ ਖੜੇ ਹੋ ਗਏ ਨੇ, ਕਿਉਂਕਿ ਇਸ ਤਰ੍ਹਾਂ ਦੇ ਟੈਸਟ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਪੂਰੇ ਦੇਸ਼ ਦੇ ਵਿੱਚ ਦਿੰਦੇ ਨੇ। ਕਿਹਾ ਜਾਵੇ ਜਿਸ ਤਰ੍ਹਾਂ ਦੇ ਨਾਲ ਇਸ ਟੈਸਟ ਤੋਂ ਬਾਅਦ ਅੱਗੇ ਦੀ ਜਿਹੜੀਆਂ ਜੁਆਇਨਿੰਗਾਂ ਹੋਣੀਆਂ ਤੀਆਂ, ਤਾਂ ਜ਼ਿਆਦਾਤਰ ਸਟੂਡੈਂਟ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਕਿ ਕਿਤੇ ਨਾ ਕਿਤੇ ਪੇਪਰ ਕੈਂਸਲ ਹੋਣਾ ਚਾਹੀਦਾ, ਤਾਂ ਕਿ ਜਿਹੜੇ ਉਹਨਾਂ ਨੇ ਆਖਰਕਾਰ ਤਿਆਰੀ ਕੀਤੀ, ਇੰਨੀ ਮਿਹਨਤ ਕੀਤੀ, ਉਹਦੇ ਤੇ ਕੱਲ੍ਹ ਨੂੰ ਸਵਾਲ ਨਾ ਉੱਠੇ। ਵੀਡੀਓ ਜਰਨਲਿਸਟ ਅਨੰਦ ਨਾਲ ਸੁਮਿਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।